ਉਹ ਹੱਥ ਵਗੈਰਾ ਫੜਨ ਲੱਗਾ ਸੀ ਤੇ ਮੈਂ ਨਾ ਬਾਜੀ ਨੂੰ ਦੱਸਿਆ ਤੇ ਬਾਜੀ ਮੈਨੂੰ ਨਾ ਥੱਪੜ ਮਾਰੇ। ਉਹ ਨਾ ਮੇਰੇ ਨਾਲ ਕੋਈ ਇਹੋ ਜਿਹੀ ਕੋਈ ਗੱਲ ਕਰਨਾ ਚਾਹੁੰਦੀ ਸੀ ਮਗਰ ਕਰ ਨਹੀਂ ਸਕੀ। ਬੇਬਸ ਸੀ, ਪਤਾ ਨਹੀਂ ਕੌਣ ਮਾਲਕ ਸੀ, ਕੌਣ ਕੋਲ ਸੀ, ਉਸ ਗੱਲ ਨਹੀਂ ਕੀਤੀ ਮੈਂ। ਅੱਛਾ ਬਾਜੀ, ਤੁਸੀਂ ਮੈਨੂੰ ਦੱਸੋ ਜਿਹਨੇ ਤੁਹਾਡਾ ਹੱਥ ਫੜਿਆ ਸੀਗਾ ਉਹਦਾ ਕੀ ਨਾਂ ਸੀ? ਹਮਜ਼ਾ ਖੁਰਮ। बिस्मिल्लाहिर्रहमानिर्रहीम। अस्सलाम वालेकुम नाजरीन, आज हम पाकिस्तान के मैनचेस्टर यानी फैसलाबाद में मौजूद हैं। यहाँ पर एक और इंतहाई अफसोसनाक वाक़या पेश आ गया। एक हफ़्ता पहले फैसलाबाद की तहसील समुंदरी में एक छोटी बच्ची के साथ ज़्यादती करने के बाद उन्हें कत्ल कर दिया जाता है और जो मुलजमान होते हैं उन्हें बचाने के लिए छोटे बच्चों पर FIR करवाई जा रही थी। और अभी 7 दिन नहीं हुए कि फैसलाबाद में एक और इंतहाई अफसोसनाक वाक़या पेश आ गया कि एक मुलाजमा, एक लड़की जो किसी घर में काम करती थी, घर के मालिक के बेटों ने उसके साथ ज्यादती की और बाद में उसे कत्ल करके उसे एक और रंग देने की कोशिश की जा रही है। क्या यहाँ पर इंसाफ फराहम करने वाले अदारे, खास तौर पर पुलिस, क्या इतनी नाहल है कि फैसलाबाद में आए दिन ऐसे वाक़यात रुनमा होते रहते हैं? इस बात का कौन जवाब देगा? क्या फैसलाबाद के DPO को इस बात का इल्म नहीं है कि फैसलाबाद में आए दिन डकैती की वारदातें बढ़ती जा रही हैं, लड़कियों को कत्ल किया जा रहा है, ज्यादती की जा रही है? इसका जवाबदेह कौन है? क्या वो हमारे टैक्स के पैसों से अपनी तनख्वाहें नहीं लेते? क्या वो प्रोटोकॉल के साथ फैसलाबाद में नहीं घूमते? तो फिर आम लोगों को तहफ़्फ़ुज़ कौन फराहम करेगा? ये सारी बातें एक सवालिया निशान बन चुकी हैं। हमारे पास उस लड़की की बेबस माँ मौजूद है, उनसे पूछते हैं कि उनकी बेटी के साथ ये सब कुछ कैसे हुआ, कितने अरसे से वो उस घर में काम कर रही थी। अस्सलाम वालेकुम। वालेकुम सलाम। माँ जी, हमें बहुत अफसोस हुआ कि आपकी बेटी के साथ ये सब कुछ हुआ। आपकी बेटी का क्या नाम था और कितने अरसे से वो उस घर में मौजूद थी, काम कर रही थी? मारिया उसका नाम था, 7 महीनों से काम कर रही थी। क्या एज थी उसकी? कितनी उम्र सी उन्होंने? ये 17 साल। 17 ਸਾਲ ਦੀ ਉਮਰ ਸੀ। ਕਦੀ ਤੁਹਾਡੀ ਬੇਟੀ ਨੇ ਤੁਹਾਨੂੰ ਕਿਹਾ ਹੋਵੇ ਵੀ ਮਾਂ ਜੀ ਮੈਂ ਉੱਥੇ ਨਹੀਂ ਕੰਮ ਕਰਨਾ, ਉਹ ਜਿਹੜੇ ਲੋਕ ਅੱਛੇ ਨਹੀਂ ਗਏ, ਮੈਨੂੰ ਅੱਛੀ ਤਰ੍ਹਾਂ ਦੇਖਦੇ ਨਹੀਂ ਜਾਂ ਮੈਨੂੰ ਛੇੜਦੇ ਆ, ਕਦੀ ਇਦਾਂ ਦੀ ਕੋਈ ਗੱਲ ਕੀਤੀ? ਕੋਈ ਨਹੀਂ ਕੀਤੀ। 2 ਦਿਨ ਪਹਿਲੇ ਉਸ ਮੇਰੇ ਨਾਲ ਗੱਲ ਕੀਤੀ, ਉਸ ਆਖਿਆ ਕਿ ਅੰਮੀ ਠੀਕ। ਫੋਨ ਤੇ ਕੀਤੀ ਜਾਂ ਤੁਹਾਨੂੰ ਮਿਲਣ ਆਈ? ਫੋਨ ਤੇ ਕੀਤੀ, ਮਿਲਣ ਕੋਈ ਨਹੀਂ ਆਈ। 2 ਦਿਨ ਪਹਿਲੇ ਗੱਲ ਕੀਤੀ ਹੈ ਫੋਨ ਤੇ। ਉਸ ਆਖਿਆ ਕਿ ਅੰਮੀ ਠੀਕ ਹੈ। ਮੈਂ ਕਿਹਾ ਠੀਕ ਹੈ। ਆਂਦਾ ਅੱਬੂ ਦੀ ਸੁਣਾਓ। ਮੈਂ ਕਿਹਾ ਅੱਬੂ ਜਿਹੜਾ ਬੁਖਾਰ ਨਾਲ ਪਿਆ ਆ ਉਹਦੀ ਤਬੀਅਤ ਨਹੀਂ ਠੀਕ। ਮੈਂ ਕਿਹਾ ਅੱਬੂ ਨਾਲ ਗੱਲ ਕਰਾਵਾਂ? ਕਹਿੰਦੀ ਨਹੀਂ ਅੱਬੂ ਦੀ ਤਬੀਅਤ ਨਹੀਂ ਠੀਕ, ਮੇਰੀ ਗੱਲ ਨਾ ਕਰਾਓ। ਤੇ ਫਿਰ ਉਹ ਨਾ ਮੇਰੇ ਨਾਲ ਕੋਈ ਇਹੋ ਜਿਹੀ ਕੋਈ ਗੱਲ ਕਰਨਾ ਚਾਹੁੰਦੀ ਸੀ ਮਗਰ ਕਰ नहीं सकी। बेबस सी, पता नहीं कौन मालक सी, कौन कोल सी, उस गल नहीं की मेरे। अच्छा, आपको लगता है कि आपकी बेटी को उस वक्त इल्म था कि ये लोग मुझे तंग कर रहे हैं या मेरे साथ कोई ऐसी हरकत करेंगे जो आपसे बात करना चाह रही? कोई ऐसा मसला था कि ਤੁਹਾਨੂੰ ਲੱਗਦਾ ਜੀ ਅਗਰ ਉਹਨੇ ਉਹ ਗੱਲ ਤੁਹਾਡੇ ਨਾਲ ਕੀਤੀ ਹੁੰਦੀ ਜਾਂ ਤੁਹਾਨੂੰ ਦੱਸ ਦਿੱਤਾ ਹੁੰਦਾ ਤੇ ਅੱਜ ਤੁਹਾਡੀ ਬੇਟੀ ਇਸ ਦੁਨੀਆ ਤੇ ਹੁੰਦੀ? ਹਾਂਜੀ, ਅੱਜ ਮੈਨੂੰ ਦੱਸ ਦਿੰਦੀ, ਉਸ ਦਿਨ ਫੋਨ ਤੇ ਗੱਲ ਕਰਦੀ, ਮੈਨੂੰ ਦੱਸ ਦਿੰਦੀ। ਅੱਜ ਨਾ ਰੋਬਤਾ ਨੂੰ ਨਾ ਪੜਦੀ ਤੇ ਨਾ ਫੋਤ ਹੁੰਦੀ ਤੇ ਨਾ ਕੋਈ ਇਸ ਤਰ੍ਹਾਂ ਮੈਨੂੰ ਤਕਲੀਫ ਹੁੰਦੀ। ਮੈਂ ਬਹੁਤ ਦਿਲ ਨੂੰ ਬੜੀ ਮੇਰੇ ਠੇਸ ਪਹੁੰਚੀ। ਮੇਰੀ ਬੇਟੀ ਨੂੰ ਉਹਨਾਂ ਮਾਰ ਛੱਡਿਆ। ਹਮਜ਼ਾ ਤੇ ਉਹਦਾ ਜਿਹੜਾ ਖੁਰਮ ਬਾਪ ਹੈ, ਉਹਨਾਂ ਜ਼ਿਆਦਤੀ ਕੀਤੀ, ਉਹਨਾਂ ਮੇਰੀ ਬੇਟੀ ਨੂੰ ਮਾਰਿਆ। ਜੇ ਤੁਹਾਡੀ ਬੇਟੀ ਦੀ ਲਾਸ਼ ਤੁਹਾਡੇ ਸਾਹਮਣੇ ਆਈ ਹੈ, ਕੀ ਖਿਆਲਾਤ ਸੀ ਵੀ ਤੁਹਾਡੀ ਬੇਟੀ ਕਿਤੇ ਕੰਮ ਕਰਕੇ ਵਾਪਸ ਆਉਂਦੀ ਸੀ, ਤੁਹਾਨੂੰ ਮਿਲਦੀ ਸੀ, ਤੁਹਾਡੇ ਗਲੇ ਮਿਲਦੀ ਸੀ? ਉਹਨਾਂ ਮੈਨੂੰ ਮਿਲਣ ਹੀ ਨਹੀਂ ਦਿੱਤਾ। ਉਹਨਾਂ ਕਿਹਾ ਬੇਟੀ ਤੁਹਾਡੀ ਬਿਮਾਰ ਹੋਈ ਪਈ ਹੈ। ਉਹਨਾਂ ਦਾ ਡਰਾਈਵਰ ਆਇਆ ਸੀ ਸਾਨੂੰ ਲਾਉਣ ਵਾਸਤੇ। ਅਸੀਂ ਕਿਹਾ ਬਿਮਾਰ ਹੈ ਤਾਂ ਤੁਸੀਂ ਮੇਰੇ ਕੋਲ ਆਏ, ਉੱਥੇ ਮੈਂ ਦਵਾਈ ਲੈ ਦਿੰਦੀ ਹਾਂ। ਨਹੀਂ, ਉਹ ਜ਼ਿਆਦਾ ਬਿਮਾਰ ਹੈ, ਤੁਸੀਂ ਚੱਲੋ। ਮੈਂ ਉਹਨਾਂ ਦੇ ਨਾਲ ਚਲੀ ਗਈ। ਉਹਨਾਂ ਦਾ ਬਾਪ ਵੀ ਨਾਲ ਗਿਆ ਹੈ। ਕਿੱਥੇ ਗਏ? ਪੈਰਾਡਾਈਜ਼। ਫਿਰ ਅੰਦਰ ਕੋਈ ਨਹੀਂ ਗਏ, ਸਿੱਧੇ ਸਾਨੂੰ ਹਸਪਤਾਲ ਲੈ ਗਏ ਨੇ। ਹਸਪਤਾਲ ਜਾਂਦੇ ਨਾਲ ਉਹਨਾਂ ਨਾ ਬੋਡੀ ਸਾਡੇ ਹੱਥ 'ਚ ਦੇ ਦਿੱਤੀ। ਅੱਛਾ, ਜਦੋਂ ਤੁਸੀਂ ਹਸਪੀਟਲ ਪਹੁੰਚੇ ਆ ਉਦੋਂ ਤੁਹਾਡੀ ਬੇਟੀ ਦੀ ਲਾਸ਼ ਪਈ ਸੀ ਅੱਗੇ? ਹਾਂਜੀ, ਉਹਨਾਂ ਮਿਲਣ ਨਹੀਂ ਦਿੱਤਾ। ਉਹਨਾਂ ਸਿਰਫ ਬਲੇਟ ਕੇ ਸਾਨੂੰ ਫੜਾ ਦਿੱਤੀ। ਅੱਛਾ, ਤੁਹਾਨੂੰ ਉਹਨਾਂ ਨੇ ਜਿਹੜਾ ਮੂੰਹ ਸੀ ਤੁਹਾਡੀ ਬੇਟੀ ਦਾ ਵੀ ਨਹੀਂ ਦੇਖਣ ਦਿੱਤਾ? ਨਹੀਂ, ਮੂੰਹ ਨਹੀਂ ਦੇਖਣ ਦਿੱਤਾ। ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਤੁਹਾਡੀ ਬੇਟੀ ਨੂੰ ਫਿਰ ਕਤਲ ਕੀਤਾ ਗਿਆ? ਮੈਂ ਬੇਟੀ ਨੂੰ ਘਰ ਲੈ ਆਈ ਹਾਂ। ਘਰ ਲਿਆ ਕੇ ਤੇ ਫਿਰ ਮੇਰੇ ਨਾਲ ਇੱਥੇ ਡਾਕਟਰ ਹੈ, ਉਹ ਦੇਖਣ ਲੱਗੀ ਨਾ ਮੂੰਹ, ਤੇ ਫਿਰ ਉਹਦਾ ਮੂੰਹ ਸਾਰਾ ਵੇਖਿਆ। ਉਸ ਦੇਖਿਆ ਡਾਕਟਰ ਨੇ ਕਿ ਉਹਦਾ ਗਲੇ ਤੇ ਨਾ ਰੱਸੀ ਦਾ ਨਿਸ਼ਾਨ ਹੈ, ਪਤਾ ਨਹੀਂ ਉਹਨੂੰ ਨਾ ਮਤਲਬ ਜ਼ਿਬਾ ਕੀਤਾ, ਕਤਲ ਕੀਤਾ ਉਹਨੂੰ। ਤੇ ਫਿਰ ਦੁਬਾਰਾ ਤੁਸੀਂ ਲਾਸ਼ ਨੂੰ ਥਾਣੇ ਲੈ ਗਏ, ਕੀ ਕੀਤਾ? ਅਸੀਂ 15 ਤੇ ਕਾਲ ਕੀਤੀ ਹੈ ਤੇ ਆ ਗਏ ਨੇ, ਤੇ ਉਹਨਾਂ ਸਾਰਾ ਮਤਲਬ ਮੌਕੇ ਤੇ ਗੱਲ ਵੇਖ ਲਈ। ਉਹਨਾਂ ਫਿਰ ਜਿਹੜਾ ਨਾ कत्ल केस बनाया। नाजरीन, अगर उस दिन माँ से शायद बेटी ने बात की होती तो आज इनकी बेटी शायद ज़िंदा होती, शायद अपने घर में होती। मेरे साथ छोटी बहन मौजूद है, ये उस लड़की की बहन है। उस बहन ने तकरीबन वहाँ पर 7 माह काम किया और
किसी वजह से, शायद बीमार थी या कोई और रीज़न थी जिसकी वजह से 2 माह इस बहन ने वहाँ पर काम किया। तो इनसे जानते हैं कि जब ये वहाँ पर काम करती थी तो कैसे हालात थे, क्या इनको कभी कुछ ऐसा फील हुआ कि ये लोग अच्छे नहीं हैं, या इनके साथ कोई ऐसा वाक़या हुआ। तो इनसे जानते हैं। अस्सलाम वालेकुम। ਵਾਲੇਕੁਮ ਸਲਾਮ। ਬਾਜੀ ਤੁਸੀਂ ਉੱਥੇ ਕੰਮ ਕਰਦੇ ਰਹੇ ਆ 2 ਮਹੀਨੇ ਤੁਸੀਂ ਕੰਮ ਕੀਤਾ, ਤੁਹਾਨੂੰ ਕਦੀ ਫੀਲ ਹੋਇਆ ਵੀ ਇੱਥੇ ਲੋਕ ਅੱਛੇ ਨਹੀਂ ਹੈਗੇ, ਜਾਂ ਕੋਈ ਤੁਹਾਡੇ ਨਾਲ ਇਦਾਂ ਦਾ ਕੋਈ ਵਾਕਿਆ ਪੇਸ਼ ਆਇਆ ਹੋਵੇ। ਹਾਂਜੀ, ਮੈਂ ਉੱਥੇ ਜਦੋਂ ਗਈ ਆ ਨਾ 10 ਦਿਨ ਮਤਲਬ ਇਸ ਤਰ੍ਹਾਂ ਮਤਲਬ ਠੀਕ ਹਾਸੀ ਮਜ਼ਾਕ ਚ ਬਾਜੀ ਮਤਲਬ ਪਿਆਰ ਮੁਹੱਬਤ ਨਾਲ ਰਹੀ ਹੈ। ਉਸ ਤੋਂ ਬਾਅਦ ਹੀ ਬਸ ਨਾ ਇੱਕ ਲੜਕੇ ਨੇ ਮਤਲਬ ਹਰਕਤ ਕਰਨ ਲੱਗਾ ਸੀ। ਮੈਂ ਫਿਰ ਇਹਨਾਂ ਨੂੰ ਦੱਸਿਆ, ਇਹਨਾਂ ਯਕੀਨ ਨਹੀਂ ਕੀਤਾ। ਕੀ ਹਰਕਤ ਕਰਨ ਲੱਗਾ? ਉਹ ਹੱਥ ਵਗੈਰਾ ਫੜਨ ਲੱਗਾ ਸੀ ਤੇ ਮੈਂ ਨਾ ਬਾਜੀ ਨੂੰ ਦੱਸਿਆ ਤੇ ਬਾਜੀ ਨੇ ਕਹਿੰਦੀ ਮੇਰੇ ਬੱਚੇ ਇਸ ਤਰ੍ਹਾਂ ਦੇ ਨਹੀਂ, ਛੋਟੇ ਛੋਟੇ ਸੀ ਤੇ ਮੈਂ ਨਾ ਬੱਚੇ ਰੱਖੇ ਨੇ ਤੇ ਉਹਨਾਂ ਨੇ ਅੱਜ ਤੱਕ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ, ਤੂੰ ਮੇਰੇ ਬੱਚਿਆਂ ਤੇ ਇਲਜ਼ਾਮ ਨਹੀਂ ਲਾ ਸਕਦੀ। ਉਹਨੇ ਨਾ ਬਾਜੀ ਨੇ ਮੈਨੂੰ ਨਾ ਥੱਪੜ ਮਾਰੇ। ਅੱਛਾ, ਬੇਟਿਆਂ ਨੇ ਗਲਤੀ ਕੀਤੀ, ਤੁਹਾਡੇ ਨਾਲ ਹੱਥ ਫੜਿਆ, ਤੁਹਾਨੂੰ ਛੇੜਛਾਣੀ ਕਰਨ ਲੱਗੇ, ਤੁਸੀਂ ਦੱਸਿਆ ਤੇ ਮਾਂ ਨੇ ਥੱਪੜ ਮਾਰਤਾ। ਹਾਂਜੀ। ਤੁਸੀਂ ਕਿਹਾ ਨਹੀਂ ਬਾਜੀ ਵੀ ਮੇਰਾ ਤਾਂ ਕੋਈ ਕਸੂਰ ਨਹੀਂ, ਕਸੂਰ ਤੁਹਾਡੇ ਬੇਟਿਆਂ ਦਾ ਵਾ, ਕਿ ਤੁਹਾਡੇ ਕੋਲ ਪੈਸੇ ਜ਼ਿਆਦਾ ਵਾ ਵੀ ਤੁਸੀਂ ਜੋ ਆਇਆ ਮਨ ਚ ਕਰੋਗੇ। ਹਾਂਜੀ, ਉਹਨਾਂ ਨੇ ਕਿਹਾ ਮੈਂ ਨਾ ਤੁਹਾਡੇ ਘਰਦਿਆਂ ਨੂੰ ਸਾਰਿਆਂ ਨੂੰ ਪੁਲਿਸ ਵਿੱਚ ਦੇ ਦੇਣਾ, ਤੈਨੂੰ ਵੀ ਦੇ ਦੇਣਾ ਤੇ ਫਿਰ ਇਸ ਤਰ੍ਹਾਂ ਦੀ ਛਿੱਤਰੋਲ ਹੋਏਗੀ ਨਾ, ਤੁਸੀਂ याद रखोगे, ਤੁਸੀਂ ਕਿਸੇ ਨੂੰ ਗੱਲ ਕੀਤੀ अगर ਤੇ। नाज़रीन, आप इस जगह पे देख सकते हैं कि अगर उस माँ ने उस दिन अपने बेटों को डांटा होता, उन्हें कहा होता कि ये आपकी बहन है, ये हमारे घर में काम करती हैं, ये गरीब हैं, हमें इनका ख्याल रखना चाहिए, अपने छोटे बहन भाइयों की तरह समझना चाहिए, तो शायद आज इस बात पे नौबत ना आती। उस माँ की एक नाअहली की वजह से, अपने बेटों की साइड लेने की वजह से उन लोगों ने उस लड़की के साथ ज्यादती की, उन्हें कत्ल किया, और अब वो पूरी फैमिली 302 में अंदर जाएगी और उन्हें सज़ा भी होगी। लेकिन उस वक्त अगर माँ ने अच्छी तरह से इस बहन की बात सुनी होती तो शायद ये सब कुछ ना होता। अच्छा बहन, ਤੁਸੀਂ ਇਹ ਮੈਨੂੰ ਦੱਸੋ ਵੀ ਤੁਹਾਡੀ ਜਿਹੜੀ ਸਿਸਟਰ ਫੋਤ ਹੋ ਗਈ ਆ, ਉਹਨੇ ਕਦੀ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਕੀਤੀ ਹੋਵੇ? ਨਹੀਂ, ਉਹਨਾਂ ਨੇ ਕੋਈ ਗੱਲ ਨਹੀਂ ਮੈਨੂੰ ਕੀਤੀ ਸੀ। ਉਹਨੇ ਕਿਹਾ ਸੀ ਬਾਜੀ ਅੱਛੀ, ਮਤਲਬ ਬਾਜੀ ਇਸ ਤਰ੍ਹਾਂ ਦੀ ਨਹੀਂ ਹੈ। ਤੁਸੀਂ 2 ਮਹੀਨੇ ਉੱਥੇ ਕੰਮ ਕੀਤਾ, ਤੁਸੀਂ ਖੁਦ ਉੱਥੋਂ ਹਟੇ ਆ ਕਿ ਤੁਹਾਨੂੰ ਉਹਨਾਂ ਨੇ ਹਟਾਇਆ? ਨਹੀਂ, ਮੈਂ ਖੁਦ ਹਟੀ। ਰੀਜ਼ਨ ਇਹੀ ਸੀ ਵੀ ਉਹ ਤੁਹਾਨੂੰ ਤੰਗ ਕਰਦੇ ਸੀਗੇ? ਹਾਂਜੀ। ਤੁਸੀਂ ਆਪਣੀ ਅੰਮੀ ਅੱਬੂ ਨੂੰ ਨਹੀਂ ਕਿਹਾ ਵੀ ਅੰਮੀ ਅੱਬੂ ਇਹਨੂੰ ਨਾ ਜਾਣ ਦਿਓ, ਉੱਥੇ ਦੇ ਲੋਕ ਠੀਕ ਨਹੀਂ ਹੈਗੇ? ਹਾਂਜੀ। ਨਹੀਂ, ਉਹਨੇ ਕਿਹਾ ਸੀ ਮੈਂ ਉੱਥੇ ਜਾਣਾ, ਬਾਜੀ ਅੱਛੀ ਹੈ। ਬਾਜੀ ਨੇ ਮਤਲਬ ਖੁਦ ਫੋਨ ਕੀਤਾ ਸੀ। ਤੁਹਾਡੀ ਜਿਹੜੀ ਛੋਟੀ ਭੈਣ ਸੀ, ਕਦੀ ਉਹਨੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇੱਦਾਂ ਦੀ ਵੀ ਮੈਂ ਉੱਥੇ ਰਹਿੰਦੀ ਹਾਂ, ਮੈਨੂੰ ਤੰਗ ਕਰਦੀ ਆ, ਜਾਂ ਮੈਂ ਉੱਥੇ ਨਹੀਂ ਕੰਮ ਕਰਨਾ ਚਾਹੁੰਦੀ? ਨਹੀਂ, ਉਹਨੇ ਬਾਅਦ 'ਚ ਮਤਲਬ ਥੋੜੇ ਦਿਨ ਪਹਿਲੇ 6-7 ਦਿਨ ਦੀ ਗੱਲ ਹੈ, ਉਹਨੇ ਨਾ ਆਪਣੀ ਦੋਸਤ ਨੂੰ ਕਿਹਾ ਮੈਂ ਨਾ ਕੰਮ ਛੱਡ ਦੇਣਾ, ਮੇਰਾ ਨਾ ਇੱਥੇ ਹੁਣ ਦਿਲ ਨਹੀਂ ਲੱਗ ਰਿਹਾ, ਅਜੀਬ ਲੱਗਦਾ ਇੱਥੇ। ਜਦੋਂ ਤੁਸੀਂ ਉੱਥੋਂ ਕੰਮ ਛੱਡਿਆ ਵਾ, ਤੁਸੀਂ ਕਦੀ ਆਪਣੀ ਅੰਮੀ ਅੱਬੂ ਨਾਲ ਗੱਲ ਨਹੀਂ ਕੀਤੀ ਵੀ ਉਹਨਾਂ ਦੇ ਮੁੰਡੇ ਠੀਕ ਨਹੀਂ ਹੈਗੇ ਜਾਂ ਉਹ ਲੋਕ ਠੀਕ ਨਹੀਂ ਹੈਗੇ? ਹਾਂਜੀ, ਕਿਹਾ ਸੀ। ਇੱਕ ਮਿੰਟ, ਫਿਰ ਕਿਉਂ ਤੁਸੀਂ ਆਪਣੀ ਛੋਟੀ ਭੈਣ ਨੂੰ ਉੱਥੇ ਭੇਜਿਆ? ਛੋਟੀ ਭੈਣ ਨੇ ਕਿਹਾ ਸੀ ਬਾਜੀ ਅੱਛੀ ਹੈ ਤੇ ਮੈਂ ਉੱਥੇ ਜਾਣਾ, ਫਿਰ ਬਾਜੀ ਨੇ ਫੋਨ ਕੀਤਾ ਵੀ ਨਾ ਮਾਰੀਆਂ ਛੱਡ ਦੋ। ਅੱਛਾ ਬਾਜੀ, ਤੁਸੀਂ ਮੈਨੂੰ ਦੱਸੋ ਜਿਹਨੇ ਤੁਹਾਡਾ ਹੱਥ ਫੜਿਆ ਸੀਗਾ ਉਹਦਾ ਕੀ ਨਾਂ ਸੀ? ਹਮਜ਼ਾ ਖੁਰਮ। ਹਮਜ਼ਾ ਤੇ ਖੁਰਮ। ਅੱਛਾ, ਉਹਨਾਂ ਨੇ ਤੁਹਾਡੀ ਹੁਣ ਸਿਸਟਰ ਨੂੰ ਕਤਲ ਕੀਤਾ, ਜ਼ਿਆਦਤੀ ਕੀਤੀ? ਹਾਂਜੀ। ਅੱਛਾ ਬਾਜੀ, ਹੁਣ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਹੋ? ਅਸੀਂ ਚਾਹੁੰਦੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ, ਜਲਦ ਤੋਂ ਜਲਦ ਸਾਡੇ ਸਾਹਮਣੇ ਦਿੱਤੀ ਜਾਵੇ। ਹੁਣ ਉਹ ਜੋ ਟੁਰ ਗਈ ਹੈ ਉਹਨੇ ਵਾਪਸ ਤਾਂ ਆਉਣਾ ਨਹੀਂ, ਕਿਸੇ ਹੋਰ ਨਾਲ ਇਸ ਤਰ੍ਹਾਂ ਦਾ ਮਤਲਬ ਨਾ ਵਾਕਿਆ ਨਾ ਹੋ ਪੇਸ਼। ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਕੇਸ ਦੀ ਪੈਰਵਾਈ ਠੀਕ ਹੋ ਰਹੀ ਆ? ਨਹੀਂ ਜੀ, ਉਹਨਾਂ ਠੀਕ ਕਾਰਵਾਈ ਨਹੀਂ ਚੱਲ ਰਹੀ। ਕਾਰਵਾਈ ਠੀਕ ਨਹੀਂ ਹੋ ਰਹੀ। ਤੁਸੀਂ ਵਜ਼ੀਰ ਆਲਾ ਪੰਜਾਬ, IG पंजाब को की डिमांड करते हैं? असली मुस्लिम ਜਿਹੜੇ ਹੈ ਨਾ ਉਹ ਨਹੀਂ पकड़े जा रहे ਉਹਨਾਂ को। नाजरीन, इस जगह पर हमारे जो अदारे हैं इंसाफ फराहम करने वाले, उनकी ये नाअहली है कि जिन लोगों ने ये काम किया उन्हें छोड़कर उनके मुलाजमीन को पकड़ कर अंदर दे दिया गया और कह रहे हैं कि इन लोगों ने ये काम किया है। इस बहन के साथ उनके बेटों ने पहले हाथ पकड़ा, शायद वो उस वक्त ज्यादती करते अगर मौके पर माँ मौजूद ना होती या ये बहन उनके आगे मजम्मत ना करती, तो शायद उसकी जगह ये बहन की कोई ऐसी खबर घर वालों को मिलती। लेकिन अगर माँ ने उस दिन शायद उन्हें डांट दिया होता तो तब भी ये ऐसा वाक़या पेश न आता। लेकिन हमारे माशरे में जिनके पास पैसे हैं, पढ़े लिखे लोग हैं, वो अपने आप को अच्छा और पढ़ा लिखा अपने माशरे में मुतारफ़ करवाते हैं। इन लोगों की नाअहली की वजह से, पैसे की वजह से ऐसी बहुत सारी वीडियोस हमारे सामने आती हैं जिनमें छोटी बच्चियों को कभी कत्ल कर दिया जाता है, ज़्यादती की जाती है, कभी बड़ी बेटी लड़कियों को कत्ल कर दिया जाता है। लेकिन ये केसेस हमारे माशरे में क्यों नहीं रुकते, इसकी एक मेन रीज़न है। रीज़न ये कि हमारे माशरे में इंसाफ फराहम करने वाले अदारे ऐसे लोगों की पुष्ट पनाही करते हैं, इनसे पैसे खाते हैं, बर वक्त कार्रवाई नहीं करते,
मेरिट पर फैसला नहीं किया जाता और हमेशा घर वालों को दबाने की कोशिश की जाती है कि आप इनसे सुलह कर लीजिए, पैसे वाले हैं, इनका आप कुछ नहीं बिगाड़ सकते। लेकिन अगर हमारे अदारे खुसूसी तौर पे अदालतें बर वक्त सजा देती हैं, बर वक्त सजा देती हैं, सरेआम देती हैं, जैसा कि यूरोपीय ममालिक में होता है कि अगर कोई शख्स किसी बच्ची के साथ ज्यादती करता है उसे नामर्द कर दिया जाता है या फिर उसे सरेआम फांसी दी जाती है ताकि लोगों को पता चले कि ऐसे बच्चों के साथ ज्यादती करने वालों के साथ ये सलूक किया जाएगा। लेकिन हमारे माशरे में ये केसेस रुकने की बजाय दिन ब दिन बढ़ते जा रहे हैं। इसकी मेन रीज़न पैसे वालों के साथ हमेशा से पुलिस वाले उनके साथ काम करते हैं, उनकी पुष्टपनाही करते हैं, जिसकी वजह से ये केसेस बढ़ते जा रहे हैं। तो मेरी लास्ट पे वज़ीर आला पंजाब और आईजी पंजाब से ये रिक्वेस्ट है, खुदा के लिए इस वाक़े का नोटिस लेते हुए, इस वाक़े का नहीं बल्कि पूरे पाकिस्तान में जितने भी ऐसे वाक़े हो रहे हैं उनका मेरिट पर फैसला किया जाए और जल्द से जल्द कानून ऐसा पास किया जाए जिसकी वजह से ऐसे लोगों को जल्दी कैफरे किरदार तक पहुँचा दिया जाए ताकि हमारे माशरे में ये केसेस कम हो। हमारे मुल्क में जो हमारे हुक्मरान हैं वो नए नए कानून लाते हैं। एक नया कानून हमारे मुल्क में आया कि 50 अरब की अगर आप करप्शन करते हैं तो आप छूट सकते हैं, लेकिन छोटी बच्चियों के साथ ज्यादती की जाती है, उन्हें कत्ल कर दिया जाता है, लेकिन इन पर ना तो जल्द घर वालों को इंसाफ मिलता है और ना ही उन्हें सजा मिलती है, जिसकी वजह से ये केसेस बढ़ते जा रहे हैं। खुदा के लिए अगर हमारे अदारे बर वक्त ऐसा काम नहीं करेंगे, घर वालों को इंसाफ फराहम नहीं करेंगे, तो फिर ऐसे लोग अपने कानून को अपने हाथों में लेते हैं, जिसकी वजह से हमारे माशरे का निज़ाम तबाह बर्बाद हो जाएगा और हमारे माशरे में जंगल का कानून बन जाएगा। तो खुदा के लिए अपने मुल्क को बेहतर बनाने के लिए, एक इस्लामी रियासत बनाने के लिए बर वक्त इंसाफ फराहम करें ताकि हमारे माशरे का निज़ाम चलता रहे। इसी उम्मीद के साथ हम ये वीडियो बना रहे हैं कि शायद आपकी वीडियो देखने से, इस वीडियो को शेयर करने से ये वीडियो वज़ीर आला पंजाब तक जाए और इस वाक़े का नोटिस लेते हुए वो इस घर वालों को इंसाफ फराहम करे और ऐसे लोगों को कैफरे किरदार तक पहुँचाए। इसी के साथ मुझे दीजिए इजाज़त, मिलते हैं किसी नेक्स्ट वीडियो में। दुआओं में याद रखिएगा। अल्लाह हाफिज़।